YouTube ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਦੀ ਕਹਾਣੀ ਇਤਿਹਾਸਕ ਹੈ। ਮੈਨੂੰ ਆਸ ਹੈ ਇਹ ਵੀ ਤੁਹਾਨੂੰ ਪਸੰਦ ਆਏਗੀ। ਇਸ ਵਿੱਚ ਮੈਂ ਅੱਜ ਆਜ਼ਾਦ ਹਿੰਦ ਫੌਜ ਦਾ ਇਤਿਹਾਸ ਵਰਣਨ ਕਰਨ ਜਾ ਰਿਹਾ ਹਾਂ। ਦੂਜੀ ਸੰਸਾਰ ਜੰਗ ਵੇਲੇ ਜਦੋਂ ਅੰਗਰੇਜ਼ੀ ਸਰਕਾਰ ਨੇ ਦੇ ਸਿਪਾਹੀ ਮਲਾਇਆ ਵਿੱਚੋਂ ਵਾਪਸ ਮੁੜ ਰਹੇ ਸਨ ਤਾਂ ਇੱਕ ਅਫਸਰ ਮੋਹਨ ਸਿੰਘ ਨੇ ਜਾਪਾਨੀਆਂ ਕੋਲੋਂ ਜੋ ਭਾਰਤੀ ਸਿਪਾਹੀ ਬੰਦੀ ਬਣਾ ਲਏ ਗਏ ਸਨ ਮੰਗ ਲਏ ਕਿ ਉਹ ਭਾਰਤ ਦੀ ਆਜ਼ਾਦੀ ਲੜਨਾ ਚਾਹੁੰਦੇ ਹਨ। ਇਸ ਲਈ ਜਾਪਾਨੀ ਸਰਕਾਰ ਨੇ ਮੋਹਨ ਸਿੰਘ ਨੂੰ ਉਹ ਕੈਦੀ ਸੌਂਪ ਦਿੱਤੇ ਕਿ ਉਹਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਕਰ ਲਵੇ। 1940 ਤੱਕ ਤਕਰੀਬਨ 40,000 ਲੋਕ ਭਾਰਤੀ ਫੌਜ ਵਿੱਚ ਭਰਤੀ ਲਈ ਤਿਆਰ ਸਨ। ਉਹ ਚਾਹੁੰਦੇ ਸਨ ਕਿ ਜਦੋਂ ਵੀ ਕਾਂਗਰਸ ਅਤੇ ਭਾਰਤ ਦੇ ਲੋਕ ਉਹਨਾਂ ਨੂੰ ਆਜ਼ਾਦੀ ਦੀ ਲੜਾਈ ਲਈ ਸੱਦਾ ਦਿੰਦੇ ਹਨ ਉਹ ਧਾਵਾ ਬੋਲ ਦੇਣਗੇ। ਕੁਝ ਲੋਕਾਂ ਨੂੰ ਇਹ ਵੀ ਲੱਗਿਆ ਕਿ ਜੇਕਰ ਅੱਗੇ ਚੱਲ ਕੇ ਜਾਪਾਨੀ ਭਾਰਤ 'ਤੇ ਕਬਜ਼ਾ ਕਰਦੇ ਹਨ ਤਾਂ ਇਹ ਟੁਕੜੀ ਜਾਂ ਇਹ ਫੌਜ ਉਹਨਾਂ ਦੇ ਲਈ ਇੱਕ ਸਿਰਦਰਦੀ ਵੀ ਬਣ ਜਾਵੇਗੀ। 1942 ਵਿੱਚ ਕਾਂਗਰਸ ਨੇ ਭਾਰਤ ਛੱਡੋ ਅੰਦੋਲਨ ਨਾਲ ਇਸ ਭਾਰਤੀ ਫੌਜ ਨੂੰ ਬਹੁਤ ਉਤਸ਼ਾਹ ਮਿਲਿਆ। ਸਤੰਬਰ 1942 ਵਿੱਚ 16,300 ਫੌਜੀਆਂ ਨਾਲ ਇਸ ਦੀ ਪਹਿਲੀ ਡਿਵੀਜ਼ਨ ਹੋਂਦ ਵਿੱਚ ਆਈ। ਪਹਿਲਾਂ ਜਾਪਾਨੀਆਂ ਨੂੰ ਭਾਰਤ 'ਤੇ ਹਮਲਾ ਕਰਨ ਲਈ ਇਹ ਫੌਜ ਬੜੀ ਲਾਭਦਾਇਕ ਲੱਗੀ, ਪਰ ਜਾਪਾਨੀ ਇਸ ਦੀ ਨਫਰੀ ਸਿਰਫ 2,000 ਤੱਕ ਕਰਨਾ ਚਾਹੁੰਦੇ ਸਨ, ਜਦੋਂ ਕਿ ਮੋਹਨ ਸਿੰਘ ਹੋਰ ਬੜੀ ਫੌਜ ਕਰਨ ਦੇ ਹੱਕ ਵਿੱਚ ਸੀ। ਇਸ 'ਤੇ ਉਹਨਾਂ ਵਿੱਚ ਮਤਭੇਦ ਹੋ ਗਏ ਅਤੇ ਮੋਹਨ ਸਿੰਘ ਉਹਨਾਂ ਨੂੰ ਕੈਦ ਕਰ ਲਿਆ ਗਿਆ। ਰਾਸ ਬਿਹਾਰੀ ਬੋਸ ਜੋ ਭਾਰਤ ਵਿੱਚ 1915 ਦੇ ਪੰਜਾਬ ਗਦਰ ਵਿੱਚ ਕਰਤਾਰ ਸਿੰਘ ਸਰਾਭਾ ਆਦਿ ਦੇ ਫੜੇ ਜਾਣ ਤੋਂ ਬਾਅਦ ਹੀ ਭੱਜ ਕੇ ਟੋਕੀਓ ਆ ਗਿਆ ਸੀ। ਉਸਨੇ ਟੋਕੀਓ ਭਾਰਤੀ ਕਲੱਬ ਬਣਾ ਲਿਆ ਸੀ ਅਤੇ ਆਪਣੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਉੱਥੇ ਬੁਰਾਈਆਂ ਬਾਰੇ ਲੈਕਚਰ ਦਿੰਦਾ ਸੀ। ਉਹ ਮੋਹਨ ਸਿੰਘ ਦੀ ਸੋਚ ਤੋਂ ਬਹੁਤ ਖੁਸ਼ ਸੀ। ਉਹ ਟੋਕੀਓ ਤੋਂ ਬੈਂਕਾਕ ਆ ਗਿਆ, ਜੋ ਕਿ ਪਹਿਲਾਂ ਹੀ ਜਾਪਾਨੀਆਂ ਦੇ ਕਬਜ਼ੇ ਹੇਠ ਸੀ। ਤਾਂ ਜਾਪਾਨੀਆਂ ਵੱਲੋਂ ਭਾਰਤੀ ਫੌਜ ਦੀ ਕਮਾਂਡ ਰਾਸ ਬਿਹਾਰੀ ਬੋਸ ਵੱਲੋਂ ਬਣਾਈ ਆਜ਼ਾਦ ਭਾਰਤ ਲੀਗ ਨੂੰ ਸੌਂਪਣ ਦਾ ਫੈਸਲਾ ਲੈ ਲਿਆ ਗਿਆ। ਸੁਭਾਸ਼ ਚੰਦਰ ਬੋਸ ਨੇ ਜਦੋਂ ਜਾਪਾਨੀਆਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਮਦਦ ਮੰਗੀ ਤਾਂ ਉਹਨਾਂ ਨੇ ਉਸੇ ਭਾਰਤੀ ਫੌਜ ਨੂੰ ਲੀਡ ਕਰਨ ਲਈ ਹਾਂ ਕਰ ਦਿੱਤੀ। ਸੁਭਾਸ਼ ਚੰਦਰ ਬੋਸ ਸਿੰਗਾਪੁਰ ਜਾ ਕੇ ਰਾਸ ਬਿਹਾਰੀ ਬੋਸ ਨੂੰ ਮਿਲਿਆ, ਜਿਨ੍ਹਾਂ ਨੇ ਆਜ਼ਾਦ ਭਾਰਤ ਲੀਗ ਦੀ ਕਮਾਨ 1943 ਨੂੰ ਬੋਸ ਨੂੰ ਸੰਭਾਲਤੀ। 25 ਅਗਸਤ ਨੂੰ ਬੋਸ ਉਸ ਆਰਮੀ ਦੇ ਸੁਪਰੀਮ ਕਮਾਂਡਰ ਬਣ ਗਏ। 21 ਅਕਤੂਬਰ 1943 ਨੂੰ ਬੋਸ ਨੇ ਆਜ਼ਾਦ ਭਾਰਤ ਦੀ ਸਰਕਾਰ ਸਿੰਗਾਪੁਰ ਵਿੱਚ ਬਣਾ ਕੇ HC ਚੈਟਰਜੀ ਨੂੰ ਵਿੱਤ ਵਿਭਾਗ, MA ਅਈਅਰ ਨੂੰ ਪ੍ਰਸਾਰਣ ਵਿਭਾਗ ਅਤੇ ਲਕਸ਼ਮੀ ਸਵਾਮੀਨਾਥਨ ਨੂੰ ਇਸਤਰੀ ਵਿਭਾਗ ਦੇ ਅਹੁਦੇਦਾਰ ਬਣਾ ਦਿੱਤਾ ਅਤੇ ਇਸ ਦੇ ਨਾਲ ਬਾਕੀ ਵੀ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਕਰ ਦਿੱਤੀ। ਇਸਤਰੀਆਂ ਦੀ ਇੱਕ ਰੈਜੀਮੈਂਟ ਬਣਾਈ ਗਈ ਜਿਸ ਦਾ ਨਾਮ ਰਾਣੀ ਝਾਂਸੀ ਦੇ ਨਾਮ 'ਤੇ ਰੱਖਿਆ ਗਿਆ ਅਤੇ ਆਪਣਾ ਨਾਅਰਾ ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦਊਂਗਾ ਮਲਾਇਆ ਵਿੱਚ ਦਿੱਤਾ। ਇਸ ਸਰਕਾਰ ਵੱਲੋਂ ਇੰਗਲੈਂਡ ਅਤੇ ਅਮਰੀਕਾ ਦੇ ਗਰੁੱਪ ਦੇ ਖਿਲਾਫ ਲੜਾਈ ਦਾ ਬਿਗਲ ਵਜਾ ਦਿੱਤਾ ਗਿਆ, ਜਿਸ ਨੂੰ ਐਕਸਸ ਗੁੱਟ ਵੱਲੋਂ ਮਾਨਤਾ ਦੇ ਦਿੱਤੀ ਗਈ, ਜੋ ਕਿ ਜਾਪਾਨ ਅਤੇ ਜਰਮਨ ਦਾ ਗਰੁੱਪ ਸੀ। ਭਰਤੀ ਹੋਣ ਲੱਗੀ ਅਤੇ ਫੰਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ। ਜਨਵਰੀ 1944 ਵਿੱਚ ਇਸ ਦਾ ਹੈੱਡਕੁਆਰਟਰ ਰੰਗੂਨ ਤਬਦੀਲ ਕਰ ਦਿੱਤਾ ਗਿਆ ਅਤੇ ਚਲੋ ਦਿੱਲੀ ਦਾ ਨਾਅਰਾ ਦਿੱਤਾ ਗਿਆ। ਇਸੇ ਤਰ੍ਹਾਂ ਦਾ ਨਾਅਰਾ ਪਹਿਲਾਂ 1940 ਵਿੱਚ ਵਿਅਕਤੀਗਤ ਸੱਤਿਆਗ੍ਰਹਿ ਵੇਲੇ ਦਿੱਲੀ ਚਲੋ ਦਿੱਤਾ ਗਿਆ ਸੀ। 6 ਨਵੰਬਰ 1943 ਨੂੰ ਅੰਡੇਮਾਨ ਅਤੇ ਨਿਕੋਬਾਰ ਜਾਪਾਨੀਆਂ ਨੇ ਇਸੇ ਆਜ਼ਾਦ ਹਿੰਦ ਫੌਜ ਨੂੰ ਸੌਂਪ ਦਿੱਤੇ ਅਤੇ ਇਹਨਾਂ ਦੇ ਨਾਮ 'ਤੇ ਅੰਡੇਮਾਨ ਅਤੇ ਨਿਕੋਬਾਰ ਦੇ ਨਾਮ ਸ਼ਹੀਦ ਦੀਪ ਅਤੇ ਸਵਰਾਜ ਦੀਪ ਰੱਖ ਦਿੱਤੇ ਗਏ। 6 ਜੁਲਾਈ 1944 ਨੂੰ ਆਜ਼ਾਦ ਹਿੰਦ ਰੇਡੀਓ ਤੋਂ ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਰਾਸ਼ਟਰਪਿਤਾ ਦੇ ਨਾਮ ਨਾਲ ਸੰਬੋਧਿਤ ਕਰਦੇ ਹੋਏ ਭਾਰਤ ਦੀ ਆਜ਼ਾਦੀ ਦੀ ਆਖਰੀ ਲੜਾਈ ਲਈ ਸੁਭਾਸ਼ ਚੰਦਰ ਬੋਸ ਵੱਲੋਂ ਅਸ਼ੀਰਵਾਦ ਮੰਗਿਆ ਗਿਆ। ਆਜ਼ਾਦ ਹਿੰਦ ਫੌਜ ਦੀ ਇੱਕ ਟੁਕੜੀ ਜਿਸ ਦੇ ਕਮਾਂਡਰ ਸ਼ਾਹ ਨਵਾਜ਼ ਸਨ ਨੂੰ ਜਾਪਾਨੀ ਫੌਜ ਦੇ ਨਾਲ ਇੰਡੋ ਬਰਮਾ ਫਰੰਟ 'ਤੇ ਇੰਫਾਲ ਮੋਰਚੇ ਲਈ ਨਾਲ ਲੈ ਕੇ ਚੱਲਣ ਦੀ ਆਗਿਆ ਦੇ ਦਿੱਤੀ ਗਈ, ਪਰ ਭਾਰਤੀ ਫੌਜਾਂ ਨਾਲ ਰਾਸ਼ਨ ਅਤੇ ਹੋਰ ਗੰਦੇ ਕੰਮ ਜਾਪਾਨੀ ਫੌਜ ਲਈ ਕਰਨ ਦੇ ਭੇਦਭਾਵ ਨਾਲ ਇਸ ਯੂਨਿਟ ਦਾ
ਹੌਸਲਾ ਟੁੱਟ ਗਿਆ। ਆਜ਼ਾਦ ਹਿੰਦ ਫੌਜ ਨੇ ਬਰਮਾ ਬਾਰਡਰ ਪਾਰ ਕਰਨ ਉਪਰੰਤ ਭਾਰਤ ਦੀ ਸਰਜ਼ਮੀਨ ਤੇ 18 ਮਾਰਚ 1944 ਨੂੰ ਕਦਮ ਰੱਖੇ ਅਤੇ ਕੋਹਿਮਾ ਇੰਫਾਲ ਦੇ ਵੱਲ ਵਧਣ ਲੱਗੇ। 14 ਅਪ੍ਰੈਲ 1944 ਨੂੰ ਕਰਨਲ ਮਲਿਕ ਨੇ ਬਹਾਦਰ ਗਰੁੱਪ ਦੀ ਤਰਫ ਤੋਂ ਪਹਿਲੀ ਵਾਰ ਭਾਰਤੀ ਧਰਤੀ ਤੇ ਮੋਰਿਆਂਗ ਮਣੀਪੁਰ ਵਿੱਚ ਜੈ ਹਿੰਦ ਅਤੇ ਨੇਤਾਜੀ ਜਿੰਦਾਬਾਦ ਦੇ ਗੂੰਜਦੇ ਨਾਅਰਿਆਂ ਨਾਲ ਆਜ਼ਾਦ ਹਿੰਦ ਫੌਜ ਦਾ ਝੰਡਾ ਲਹਿਰਾ ਦਿੱਤਾ। 3 ਮਹੀਨੇ ਤੱਕ ਇੱਥੇ ਆਜ਼ਾਦ ਹਿੰਦ ਫੌਜ ਵੱਲੋਂ ਮਿਲਟਰੀ ਦੀ ਹਕੂਮਤ ਚਲਾਈ ਗਈ, ਪਰ ਉਸ ਤੋਂ ਬਾਅਦ ਇੱਥੇ ਬ੍ਰਿਟਿਸ਼ ਸੈਨਾ ਦਾ ਗਰੁੱਪ ਦਾ ਕਬਜ਼ਾ ਹੋ ਗਿਆ ਅਤੇ 18 ਜੁਲਾਈ 1944 ਨੂੰ ਸਾਰੀਆਂ ਫੌਜਾਂ ਨੇ ਇੱਥੋਂ ਨਿਕਲਣਾ ਸ਼ੁਰੂ ਕਰ ਦਿੱਤਾ। ਜਾਪਾਨੀ ਫੌਜ ਦੇ ਲਗਾਤਾਰ ਪਿੱਛੇ ਹਟਣ ਨਾਲ ਆਜ਼ਾਦ ਹਿੰਦ ਫੌਜ ਦੇ ਹੌਸਲੇ ਵੀ ਪਸਤ ਹੋ ਗਏ ਅਤੇ 1945 ਦੇ ਅੱਧ ਤੱਕ ਇਹ ਫੌਜਾਂ ਦੀ ਵਾਪਸੀ ਚੱਲਦੀ ਰਹੀ। 5 ਅਗਸਤ 1945 ਨੂੰ ਜਾਪਾਨੀਆਂ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਆਜ਼ਾਦ ਹਿੰਦ ਫੌਜ ਨੂੰ ਵੀ ਸਮਰਪਣ ਕਰਨਾ ਪਿਆ। 18 ਅਗਸਤ 1945 ਨੂੰ ਸੁਭਾਸ਼ ਚੰਦਰ ਬੋਸ ਦੀ ਇੱਕ ਭੇਦ ਭਰੇ ਹਾਲਾਤ ਵਿੱਚ ਤਾਈਹੋਕੂ ਹਵਾਈ ਹਾਦਸੇ ਵਿੱਚ ਤਾਈਪੇਈ ਵਿੱਚ ਮੌਤ ਦੀ ਖਬਰ ਆ ਗਈ। ਉਹਨਾਂ ਦੀਆਂ ਅਸਥੀਆਂ ਇੱਕ ਬਕਸੇ ਵਿੱਚ ਰੈਨੋਕੁਜੀ ਮੰਦਰ ਵਿੱਚ ਸੰਭਾਲ ਕੇ ਰੱਖੀਆਂ ਗਈਆਂ ਸਨ। ਭਾਰਤ ਦੇ ਕਈ ਪ੍ਰਧਾਨ ਮੰਤਰੀਆਂ ਅਤੇ ਵਿਦੇਸ਼ ਮੰਤਰੀਆਂ ਨੇ ਇਸ ਮੰਦਰ ਵਿੱਚ ਪਹੁੰਚ ਕੇ ਨੇਤਾ ਜੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਅਤੇ ਸ਼ਰਧਾ ਸੁਮਨ ਭੇਟ ਕੀਤੇ। ਉਸ ਤੋਂ ਬਾਅਦ ਜਦੋਂ ਆਜ਼ਾਦ ਹਿੰਦ ਫੌਜ ਦੇ ਤਕਰੀਬਨ 7000 ਸਿਪਾਹੀਆਂ ਅਤੇ ਅਫਸਰਾਂ ਦਾ ਕੋਰਟ ਮਾਰਸ਼ਲ ਕਰਦੇ ਹੋਏ ਨੌਕਰੀ ਤੋਂ ਬਰਖਾਸਤ ਕਰਕੇ ਬਿਨਾਂ ਕਿਸੇ ਮੁਕੱਦਮੇ ਦੀ ਸੁਣਵਾਈ ਤੋਂ ਕੈਦੀ ਬਣਾ ਲਿਆ ਗਿਆ ਤਾਂ ਇਸ ਦਾ ਬਹੁਤ ਵਿਰੋਧ ਹੋਇਆ। ਪਹਿਲਾਂ ਉਹਨਾਂ ਦਾ ਮੁਕੱਦਮਾ ਆਮ ਅਦਾਲਤਾਂ ਵਾਂਗ ਸੁਣਨ ਦੀ ਤਜਵੀਜ਼ ਸੀ, ਪਰ ਬਾਅਦ ਵਿੱਚ ਇਹ ਨਵੰਬਰ 1945 ਵਿੱਚ ਲਾਲ ਕਿਲ੍ਹੇ ਵਿੱਚ ਚੱਲਿਆ, ਜਿਸ ਵਿੱਚ ਖਾਸ ਤੌਰ 'ਤੇ ਪ੍ਰੇਮ ਕੁਮਾਰ ਸਹਿਗਲ, ਸ਼ਾਹ ਨਵਾਜ਼ ਖਾਨ ਅਤੇ ਗੁਰਬਖਸ਼ ਸਿੰਘ ਢਿੱਲੋਂ ਸਨ। ਕਾਂਗਰਸ ਦੇ ਸਤੰਬਰ 1945 ਦੇ ਅਧਿਵੇਸ਼ਨ ਵਿੱਚ ਆਜ਼ਾਦ ਹਿੰਦ ਫੌਜ ਦੇ ਸਿਪਾਹੀਆਂ 'ਤੇ ਚੱਲਣ ਵਾਲੇ ਮੁਕੱਦਮੇ ਦੀ ਪੈਰਵੀ ਲਈ 17 ਭਾਰਤੀ ਵਕੀਲਾਂ ਦੀ ਇੱਕ ਟੀਮ ਬਣਾਈ ਗਈ, ਜਿਸ ਦੇ ਮੁਖੀ ਭੁੱਲਾ ਭਾਈ ਦੇਸਾਈ ਸਨ। ਇਸ ਟੀਮ ਵਿੱਚ ਤੇਜ ਬਹਾਦਰ ਸਪਰੂ, ਕੈਲਾਸ਼ ਨਾਥ ਕਾਟਜੂ, ਜਵਾਹਰ ਲਾਲ ਨਹਿਰੂ, ਆਸਿਫ ਅਲੀ, RB ਬਦਰੀਨਾਥ, ਕੰਵਰਸਰ ਦਲੀਪ ਸਿੰਘ, ਬਖਸ਼ੀਸਰ ਟੇਕਚੰਦ, PN ਸੇਨ, ਇੰਦਰਦਿਓਸ ਦੂਆ, ਸ਼ਿਵ ਕੁਮਾਰ ਸ਼ਾਸਤਰੀ, ਰਣਵੀਰ ਚੰਦ ਸੋਨੀ, ਰਜਿੰਦਰ ਨਾਰਾਇਣ, ਸੁਲਤਾਨ ਯਾਰ ਖਾਂ, ਨਾਰਾਇਣ ਆਂਦਲੇ ਅਤੇ JK ਖੰਨਾ ਸਨ। ਇਹਨਾਂ ਫੌਜੀਆਂ ਨੂੰ ਨੌਕਰੀਆਂ ਦੇਣ ਲਈ ਮਦਦ ਕਰਨ, ਕੁਝ ਪੈਸਾ ਅਤੇ ਖਾਣਾ ਆਦਿ ਦੇਣ ਲਈ ਕਾਂਗਰਸ ਵੱਲੋਂ ਆਜ਼ਾਦ ਹਿੰਦ ਫੌਜ ਸਹਾਇਤਾ ਅਤੇ ਪੜਤਾਲ ਕਮੇਟੀ ਦਾ ਗਠਨ ਵੀ ਕੀਤਾ ਗਿਆ। 5 ਤੋਂ 11 ਨਵੰਬਰ 1945 ਤੋਂ ਦੇਸ਼ ਭਰ ਵਿੱਚ ਆਜ਼ਾਦ ਹਿੰਦ ਫੌਜ ਹਫ਼ਤਾ ਅਤੇ 12 ਨਵੰਬਰ 1945 ਨੂੰ ਆਜ਼ਾਦ ਹਿੰਦ ਫੌਜ ਦਿਵਸ ਮਨਾਇਆ ਗਿਆ। ਇਸ 'ਤੇ ਸਿਪਾਹੀਆਂ ਨੂੰ ਛੱਡਣ 'ਤੇ ਵੱਖੋ ਵੱਖਰੇ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਜਲਸੇ ਜਲੂਸ ਅਤੇ ਪਰਚੇ ਕੱਢੇ। ਇਸੇ ਕਰਕੇ ਹੀ 21 ਨਵੰਬਰ 1945 ਨੂੰ ਕਲਕੱਤਾ ਵਿੱਚ ਬਗਾਵਤ ਹੋਈ ਅਤੇ ਪੁਲਿਸ ਫਾਇਰਿੰਗ ਵਿੱਚ 2 ਵਿਅਕਤੀ ਮਾਰੇ ਗਏ। 11 ਫਰਵਰੀ 1946 ਨੂੰ ਆਜ਼ਾਦ ਹਿੰਦ ਫੌਜ ਦੇ ਰਸ਼ੀਦ ਅਲੀ ਨੂੰ 7 ਸਾਲ ਦੀ ਸਜ਼ਾ ਵਿਰੁੱਧ ਮੁਸਲਿਮ ਲੀਗ ਦੇ ਵਿਦਿਆਰਥੀਆਂ, ਕਾਂਗਰਸ ਅਤੇ ਕਮਿਊਨਿਸਟ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ 'ਤੇ ਦਫਾ 144 ਦੀ ਪਰਵਾਹ ਨਾ ਕਰਦੇ ਹੋਏ ਰੋਸ ਮਾਰਚ ਕੱਢਿਆ ਗਿਆ। 18 ਫਰਵਰੀ 1946 ਨੂੰ ਬੰਬਈ ਅਤੇ ਰਾਇਲ ਨੌਸੈਨਾ ਦੇ 1100 ਸਿਪਾਹੀਆਂ, ਜੋ ਕਿ ਬ੍ਰਿਟਿਸ਼ ਨੇਵੀ ਦੇ ਜਹਾਜ਼ ਤਲਵਾਰ ਦਾ ਹਿੱਸਾ ਸਨ, ਵੱਲੋਂ ਹੜਤਾਲ ਕੀਤੀ ਗਈ। ਗਾਂਧੀ ਜੀ ਦੇ ਵਿਚਾਰ ਇਸ ਕਾਰਵਾਈ ਨਾਲ ਮੇਲ ਨਹੀਂ ਖਾਂਦੇ ਸਨ, ਕਿਉਂਕਿ ਉਹ ਤਾਂ ਅਹਿੰਸਾ ਦੇ ਪੁਜਾਰੀ ਸਨ। ਜ਼ਿਆਦਾਤਰ ਸਿਪਾਹੀਆਂ ਨੂੰ ਸਾਰੇ ਲਾਭ ਜ਼ਬਤ ਕਰਕੇ ਛੱਡ ਦਿੱਤਾ ਗਿਆ। ਉਸ ਸਮੇਂ ਇੱਕ ਨਾਅਰਾ ਆਮ ਸੀ, ਲਾਲ ਕਿਲ੍ਹੇ ਸੇ ਆਈ ਆਵਾਜ਼, ਸਹਿਗਲ, ਢਿੱਲੋਂ, ਸ਼ਾਹ ਨਵਾਜ਼। ਤਿੰਨਾਂ ਉਪਰੋਕਤ ਅਫਸਰਾਂ ਨੂੰ ਉਮਰ ਭਰ ਜਲਾਵਤਨੀ ਦੀ ਸਜ਼ਾ ਦਿੱਤੀ ਗਈ, ਪਰ ਇਸ 'ਤੇ ਭਾਰਤੀਆਂ ਦੇ ਰੋਸ ਅੰਦੋਲਨਾਂ ਨੇ ਅਮਲ ਨਾ ਹੋਣ ਦਿੱਤਾ ਅਤੇ ਇਹਨਾਂ ਨੂੰ ਕਲਾਡ ਅਕਿਨਲੇਕ, ਜੋ ਕਿ ਫੌਜ ਦਾ ਮੁਖੀ ਸੀ, ਵੱਲੋਂ ਛੱਡਣਾ ਪਿਆ। ਇਸ ਤੋਂ ਬਾਅਦ ਨੇਤਾ ਜੀ ਦੇ ਹਵਾਈ ਹਾਦਸੇ ਵਿੱਚ ਬਚਣ ਅਤੇ ਇੱਕ ਤਾਂਕੋਜੀ ਮੰਦਰ ਵਿੱਚ ਇੱਕ ਗੁਮਨਾਮੀ ਸਾਧ ਦੇ ਭੇਸ ਵਿੱਚ ਰਹਿਣ ਦੀਆਂ ਅਫਵਾਹਾਂ ਗਰਮ ਰਹੀਆਂ, ਜਿਸ ਦੀ 1985 ਵਿੱਚ ਮੌਤ ਹੋ ਗਈ ਅਤੇ ਕੁਝ ਗੁਪਤ ਦਸਤਾਵੇਜ਼ ਵੀ ਲੋਕਾਂ ਸਾਹਮਣੇ ਲਿਆਂਦੇ ਗਏ, ਪਰ ਕੋਈ ਸੱਚਾਈ ਸਾਹਮਣੇ ਨਾ ਆ ਸਕੀ। ਲੋਕਾਂ ਤੱਕ ਕੱਚਾ ਪੱਕਾ ਗਿਆਨ ਹੀ ਪਹੁੰਚਿਆ। ਇਸ ਤੋਂ ਇਲਾਵਾ ਅੱਜ ਤੋਂ ਕੋਈ 40 ਕੁ ਸਾਲ ਤੋਂ ਸਾਲ ਦੇ ਸਮੇਂ ਤੋਂ ਵੱਧ ਪਹਿਲਾਂ ਮੈਂ ਮਨੋਹਰ ਕਹਾਣੀਆਂ ਵਿੱਚ ਇੱਕ ਕਹਾਣੀ ਪੜ੍ਹੀ ਸੀ, ਜੋ ਨੇਤਾ ਜੀ ਦੇ ਖਜ਼ਾਨੇ, ਜੋ ਉਹਨਾਂ ਨੇ ਬਾਹਰ ਦੇ ਲੋਕਾਂ ਤੋਂ ਇਕੱਠਾ ਸੀ,
ਉਸ ਬਾਰੇ ਸੀ ਕਿ ਜਾਪਾਨੀ ਸਰਕਾਰ ਵੱਲੋਂ ਭਾਰਤ ਨੂੰ ਉਹ ਜੋ ਦੌਲਤ ਦਾ ਭਰਿਆ ਆ ਟਰੰਕ ਉਸ ਨੂੰ ਸੌਂਪਣ ਬਾਰੇ ਲਿਖਿਆ ਸੀ। ਬਾਅਦ ਵਿੱਚ ਇਹ ਖਦਸ਼ਾ ਜ਼ਾਹਰ ਕੀਤਾ ਗਿਆ ਕਿ ਉਹ ਇੱਕ ਟਰੰਕ ਵਿੱਚ ਭਾਰਤ ਵਿੱਚ ਉਸ ਵੇਲੇ ਦੇ ਜਾਪਾਨ ਵਿਚਲੇ ਭਾਰਤੀ ਸਫੀਰ ਹੱਥ ਭਾਰਤ ਤਾਂ ਆਇਆ ਸੀ, ਪਰ ਉਹ ਭਾਰਤੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਹੋਇਆ। ਉਦੋਂ ਹੁਣ ਵਾਂਗ RTI ਰਾਹੀਂ ਸੂਚਨਾ ਲੈਣ ਦਾ ਅਧਿਕਾਰ ਵੀ ਨਹੀਂ ਸੀ। ਪਤਾ ਨਹੀਂ ਇਸ ਮਾਮਲੇ ਵਿੱਚ ਕਿੰਨੀ ਕੁ ਸੱਚਾਈ ਹੋਵੇਗੀ। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਜਿੱਥੇ 1915 ਦੇ ਗਦਰ ਦੀ ਭੂਮਿਕਾ ਅਹਿਮ ਸੀ, ਉਸੇ ਤਰ੍ਹਾਂ ਆਜ਼ਾਦ ਹਿੰਦ ਫੌਜ ਦੇ ਲੋਕਾਂ ਨੇ ਲੋਕਾਂ ਵਿੱਚ ਇੱਕ ਨਵਾਂ ਜੋਸ਼ ਭਰਦੇ ਹੋਏ ਬੜੀ ਭੂਮਿਕਾ ਨਿਭਾਈ ਸੀ ਅਤੇ ਅੰਤ ਭਾਰਤ ਨੂੰ ਅੰਗਰੇਜ਼ਾਂ ਨੇ 15 ਅਗਸਤ 1947 ਨੂੰ ਆਜ਼ਾਦ ਕਰ ਦਿੱਤਾ। ਇਹ ਅੱਜ ਦੀ ਕਹਾਣੀ। ਧੰਨਵਾਦ। ਅਗਲੀ ਕਹਾਣੀ ਨਾਲ ਫਿਰ ਸੇ।